ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਚੌਥਾ ਘਰ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਮਨ ਦਹਿੰਦਿਸ ਚਲ ਚਲ ਭਰਮਿਆ, ਮਨ ਮੁਖ ਭਰਮ ਭੁਲਾਇਆ। ਨਿਤ ਆਸਾ ਮਨ ਚਿਤ ਵੈ, ਮਨ ਤ੍ਰਿਸ਼ਨਾ ਭੁਖ ਲਗਾਇਆ। ਅਨਤਾ ਧਨ ਧਰ ਦੱਬਿਆ, ਫਿਰ ਬਿਖ ਭਾਲਣ ਗਿਆ। ਜਨ ਨਾਨਕ ਨਾਮ ਸਲਾਹ ਤੂ, ਬਿਨ ਨਾਵਹਿ ਪਚ ਪਚ ਮੁਆ। ਗੁਰ ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ। ਮੈਂ ਅੰਤਰ ਵੇਦਨ ਪ੍ਰੇਮ ਕੀ, ਗੁਰ ਦੇਖਤ ਮਨ ਸਾਧਾਰਿਆ। ਵੱਡ ਭਾਗੀ ਪ੍ਰਭ ਆਏ ਮਿਲ, ਜਨ ਨਾਨਕ ਖਿਨ ਖਿਨ ਵਾਰਿਆ। ਮੈਂ ਅੰਤਰ ਵੇਦਨ ਪ੍ਰੇਮ ਕੀ, ਗੁਰ ਦੇਖਤ ਮਨ ਸਾਧਾਰਿਆ। ਵੱਡ ਭਾਗੀ ਪ੍ਰਭ ਆਏ ਮਿਲ, ਜਨ ਨਾਨਕ ਖਿਨ ਖਿਨ ਵਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਮਿਹਰਾਮਤ, ਸ਼ਾਮ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਪਾ ਰਹੇ ਹਾਂ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਹੁਣ ਗੁਰੂ ਸ਼ਬਦ ਵਿਆਖਿਆ ਨਾਲ ਅਸੀਂ ਸਾਂਝ ਪਾਉਣੀ ਹੈ। ਜੋ ਵਿਚਾਰ ਹੋ ਰਹੀ ਇਹਦੇ 'ਚ ਸੂਹੀ ਰਾਗ ਦੇ ਗੁਰੂ ਰਾਮਦਾਸ ਸਾਹਿਬ ਦੁਆਰਾ ਉਚਰਿਤ ਕੀਤੇ ਗਏ ਛੰਦ ਸਾਨੂੰ ਪ੍ਰਾਪਤ ਨੇ। ਚੱਲ ਰਹੇ ਇਸ ਛੰਤ ਵਿੱਚ ਇਹਦੇ ਜੋ ਸ਼ੁਰੂਆਤੀ ਦੋ ਬੰਦ ਨੇ ਉਹਨਾਂ ਦੀ ਵਿਚਾਰ ਕਰ ਲਈ ਹੈ। 3 ਤੇ 4 ਨੰਬਰ ਪਦੇ ਦਾ ਪਾਠ ਆਪਨੇ ਸਰਵਨ ਕੀਤਾ ਹੈ।
ਵਿਚਾਰ ਪ੍ਰਾਰੰਭ ਕਰ ਰਹੇ ਹਾਂ 3 ਨੰਬਰ ਪਦੇ ਤੋਂ। ਭਾਵੇਂ ਕਿ ਜਦੋਂ ਅਸੀਂ ਛੰਤ ਦੀ ਵਿਆਖਿਆ ਕਰਦੇ ਹਾਂ, ਛੰਤ ਇਟਸ ਏ poetic grammatic system which Guru Sahib used to write this spiritual message, Gurbani. ਇਹਦੇ ਵਿੱਚ ਜਿਹੜਾ ਹਰ ਇੱਕ ਸਟੈਂਜਾ ਆ that acts as a independent unit most of the time, but still because it's coming in a package like 4 stanzas, they have sort of reflection on each other. ਇੱਕ ਦੂਸਰੇ ਦੇ ਨਾਲ ਉਹਨੂੰ ਤੁਸੀਂ ਕੋਰਿਲੇਟ ਕਰਦੇ ਹੋ। ਸੋ ਇੱਥੇ ਵੀ ਜਿਹੜੀ ਇਹਦੀ ਕੋਰਿਲੇਸ਼ਨ ਆ ਉਹ ਤੁਹਾਨੂੰ ਮਿਲ ਜਾਂਦੀ ਹੈ, ਅਤੇ ਐਕਚੁਅਲ ਲੈਵਲ 'ਤੇ ਜਿਹੜੀ ਪਦਿਆਂ ਦੀ ਅੰਡਰਸਟੈਂਡਿੰਗ ਆ ਉਹ ਫਰਦਰ ਐਕਸਟੈਂਸ਼ਨ ਦੇ ਤੌਰ 'ਤੇ ਦੇਖੀ ਜਾ ਰਹੀ ਹੈ। ਹੁਣ ਇਹਦੇ ਵਿੱਚ ਇਹ ਹੈ ਕਿ ਇਸ ਬਚਨ ਨੂੰ ਮੈਂ ਤੁਹਾਡੇ ਸਾਹਮਣੇ ਪਹਿਲੀ ਲਾਈਨ ਤੋਂ ਸ਼ੁਰੂ ਕਰਦਾ, ਫਿਰ ਜੋ ਪਿੱਛੇ ਡਿਸਕਸ ਕੀਤਾ ਹੈ I will bring little bit that message too, so that we can enjoy the real essence of today's message. ਬਾਬਾ ਜਿਹੜਾ ਬਿਆਨ ਕਰਦੇ ਨੇ ਇਹਦੇ 'ਚ, ਮਨ ਦਹਿ ਦਿਸ ਚਲ ਚਲ ਭਰਮਿਆ, ਮਨ ਮੁਖ ਭਰਮ ਭੁਲਾਇਆ। ਮਨ our conscious, ਦਹਿ ਦਿਸ everywhere, or you can say dah mean thus, this mean directions. So mind wandering ਦੀ ਗੱਲ ਹੋ ਰਹੀ ਹੈ ਇਹਦੇ 'ਚ। ਚਲ ਚਲ ਭਰਮਿਆ, ਵਾਂਡਰ ਕਰ ਕਰਕੇ, ਭਟਕ ਭਟਕ ਕੇ ਇਸ ਤਰੀਕੇ ਨਾਲ ਜਿਹੜਾ ਹੈਗਾ। ਮਨਮੁਖ ਭਰਮ ਭੁਲਾਇਆ, ਤੇ ਜੋ ਮਨ ਦਾ ਮੁਰੀਦ ਆ ਉਹ ਇਸ ਸਾਰੀ ਵਾਂਡਰਿੰਗ ਦੇ ਵਿੱਚ ਆਪ ਹੀ ਲੋਸਟ ਹੋ ਗਿਆ। ਹੁਣ ਇਹ ਬਹੁਤ ਡੀਪ ਵੀ ਹੈ ਐਂਡ ਐਟ ਦ ਸੇਮ ਟਾਈਮ ਬੜੀ ਇਹਦੀ ਸਾਡੀ ਜ਼ਿੰਦਗੀ ਦੇ ਹਰ ਜਨਰੇਸ਼ਨ ਵਿੱਚ, ਹਰ ਟਾਈਮ ਦੇ ਵਿੱਚ, ਹਰ ਐਰਾ ਦੇ ਵਿੱਚ ਇਹਦੀ ਬੜੀ ਸਿਗਨੀਫਿਕੇਸ਼ਨ ਵੀ ਹੈ। ਜੇ ਤੁਸੀਂ ਇਸ ਰੂਪ ਵਿੱਚ ਦੇਖੋ, ਲੈਟ ਮੀ ਅਲਾਓ ਇਟ ਐਕਚੁਅਲੀ ਟੂ ਬ੍ਰਿੰਗ ਐਗਜ਼ਾਮਪਲ ਓਵਰ ਹੇਅਰ। ਐਗਜ਼ਾਮਪਲ ਇਹ ਹੈਗੀ ਹੈ ਕਿ ਸਰਲ ਭਾਵ ਵਿੱਚ ਲਿਆਵਾਂ ਮੈਂ। ਸਪੋਜ਼ ਤੁਹਾਡੇ ਘਰ ਕੋਈ ਮਿੱਤਰ ਆਇਆ ਮਿਲਣ ਵਾਸਤੇ ਤੁਹਾਨੂੰ, ਤੁਸੀਂ ਉਸਨੂੰ ਜੀ ਆਇਆ ਕਹਿੰਦੇ ਹੋ, ਤੁਸੀਂ ਉਹਨੂੰ ਆਪਣੇ ਲਿਵਿੰਗ ਰੂਮ ਵਿੱਚ, ਫੈਮਿਲੀ ਰੂਮ ਵਿੱਚ ਬਿਠਾਉਂਦੇ ਹੋ, ਤੁਸੀਂ ਉਹਨੂੰ ਪੁੱਛਦੇ ਹੋ ਕਿ ਵਟ ਵੁੱਡ ਯੂ ਲਾਈਕ ਟੂ ਹੈਵ, ਕੀ ਖਾਓਗੇ, ਕੀ ਪੀਓਗੇ। ਤਾਂ ਅਗਲਾ ਰਾਈਟ ਵਿੱਚ ਤੁਹਾਨੂੰ ਆਵਾਜ਼ ਦਿੰਦਾ ਕਿ ਕੈਨ ਆਈ ਹੈਵ ਸਮ ਟੀ। ਉਹ ਕਹਿੰਦੇ ਓਕੇ। ਉਹ ਘਰ ਦਾ ਮੈਂਬਰ ਕੋਈ ਟੀ ਪ੍ਰਪੇਅਰ ਕਰਨ ਲੱਗਦਾ ਹੈ। ਉਹ ਜਦੋਂ ਅਜੇ ਬਾਤ ਹੋ ਰਹੀ ਹੈ, ਜੇ ਉਹ ਕਿਸੇ ਇੱਕ ਬਰਤਨ 'ਚ ਪਾਣੀ ਪਾ ਰਿਹਾ ਐਂਡ ਹੀ ਇਜ਼ ਜਸਟ ਇਨ ਪ੍ਰੋਸੈਸ ਆਫ ਪ੍ਰਪੇਅਰਿੰਗ, ਉਹ ਬੰਦਾ ਕਹਿੰਦਾ ਨੋ ਨੋ ਨੋ, ਮੈਂ ਤੇ ਚਾਹ ਨਹੀਂ ਪੀਣੀ, ਐਕਚੁਅਲੀ ਆਈ ਵਾਂਟ ਟੂ ਈਟ ਫਰੂਟ। ਠੀਕ ਹੈ ਜੀ, ਉਹ ਫਰੂਟ ਧੋਣਾ ਸ਼ੁਰੂ ਕਰ ਦਿੰਦਾ ਹੈ। ਅਜੇ ਫਰੂਟ ਵੀ ਇਨ ਪ੍ਰੋਸੈਸ ਹੀ ਹੈ। ਉਹ ਕਹਿੰਦੇ ਨੋ, I don't want to eat fruit. I'm hungry. I really want to eat proper supper, proper dinner, proper actually food, proper meal. ਉਹ ਕਹਿੰਦੇ ਜੀ ਠੀਕ ਹੈ, ਮਤਲਬ ਜਿਹੜਾ ਆ ਹੁਣ ਡਿਨਰ ਪ੍ਰਪੇਅਰ ਕਰਦੇ ਤੇਰੇ ਵਾਸਤੇ, ਅਜੇ ਚੀਜ਼ ਹੋ ਰਹੀ। ਉਹ ਕਹਿੰਦੇ ਨੋ, ਯੂ ਨੋ, why don't you have to order for me from outside? I cannot eat homemade food. ਜਦੋਂ ਹੁਣ ਇਹ ਬਾਤ ਹੋਈ ਹੈ ਇਸ ਤਰੀਕੇ ਦੇ ਨਾਲ, ਸੋ ਇਹ ਬਾਤ ਹੋਈ ਹੈ, ਤੇ ਉਹਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਰਾਈਟ ਵੇ ਇੱਕ ਆਈਡੀਆ ਲਗਾ ਲੈਂਦੇ ਹੋ ਕਿ ਇਹ ਬੰਦੇ ਨੂੰ ਕੀ ਇਸ਼ੂ ਹੈ। ਮੇਨ ਕਿ ਇਹਨੂੰ ਇਹ ਇਜ਼ ਹੀ ਔਰ ਸ਼ੀ ਮੈਡ, ਇਹ ਪਾਗਲ ਆ। ਇਹ ਕਿਸੇ ਇੱਕ ਥਾਟ ਦੇ ਵੀ ਥੋੜਾ ਬਹੁਤਾ ਸਮਾਂ ਵੀ ਕੰਸਿਸਟੈਂਟ ਨਹੀਂ ਹੈਗਾ, ਸੈਕਿੰਡ ਲੈਵਲ ਤੇ ਫਰਮ ਨਹੀਂ ਹੈਗਾ। ਵਾਟਸ ਰੋਂਗ ਵਿਦ ਹਿਮ ਔਰ ਹਰ।
ਜੇ ਹੁਣ ਇਸੇ ਚੀਜ਼ ਨੂੰ ਲੈ ਲਿਆ ਜਾਏ, ਇਹ ਐਕਚੁਅਲੀ ਸਾਡੇ ਮਨ ਦੀ ਦਸ਼ਾ ਆ। ਆਪ ਜੇ ਡੀਪ ਲੈਵਲ ਤੇ ਦੇਖੋਗੇ ਨਾ, ਕੋਈ ਇੱਕ ਥਾਟ ਵੀ ਪੂਰਾ ਕਰਦਾ ਸਾਡਾ ਮਨ? ਨੋ। ਐਟ ਪ੍ਰੈਜ਼ੈਂਟ or in actually few minutes ago or moments ago, our mind was somewhere in market, ਕੁਛ ਉਹਦੇ ਬਾਰੇ ਸੋਚ ਰਿਹਾ ਹੈ, ਅਜੇ ਉਹਦੀ ਗੱਲ ਪੂਰੀ ਨਹੀਂ ਹੋਈ, ਕੋਈ ਪੁਰਾਣੀ ਮੈਮਰੀ ਆ ਗਈ ਹੈ, ਅਜੇ ਪੁਰਾਣੀ ਮੈਮਰੀ ਪੂਰੀ ਨਹੀਂ ਹੋਈ, ਕੋਈ ਫਿਊਚਰ ਬਾਰੇ ਕੁਝ ਕਿਸੇ ਕਿਸਮ ਦਾ ਫਿਕਰ ਚੱਲ ਗਿਆ, ਅਜੇ ਉਹ ਪੂਰਾ ਨਹੀਂ ਹੋਇਆ, ਕੋਈ ਕੱਲ ਕੋਈ ਟੀਵੀ ਦੇਖਿਆ ਸੀ, ਕੋਈ ਸੀਰੀਅਲ ਦੇਖਿਆ ਸੀ, ਕੋਈ ਚੀਜ਼ ਉਹਦਾ ਸੀਨ ਯਾਦ ਆ ਗਿਆ। That is mind wandering and this is misery. ਇਸ ਸਾਰੇ ਦੇ ਅੰਦਰ ਜਿਹੜਾ ਸਾਡਾ ਫੋਕਸ ਆ, ਜਿਹੜੀ ਸਾਡੀ ਅਟੈਂਸ਼ਨ ਆ, ਜਿਹੜੀ ਸਾਡੀ ਕੰਸਨਟ੍ਰੇਸ਼ਨ ਆ, ਉਹ ਕਿਵੇਂ ਬਣੇਗੀ? ਫਿਰ ਬੰਦਾ ਜੋ ਕੁਝ ਕਰਦਾ ਆ, ਸਪੈਸੀਫਿਕਲੀ ਜਿਹੜੇ ਸਾਡੇ ਵਰਲਡਲੀ ਟਾਸਕ ਵੀ ਹੁੰਦੇ ਨੇ, ਉਹ ਭਾਵੇਂ ਇਹਨਾਂ ਮੁਲਕਾਂ 'ਚ ਅਸੀਂ ਰਹਿ ਰਹੇ ਹਾਂ ਜਿਹਦੇ 'ਚ ਹਰ ਚੀਜ਼ ਟੈਕਨੀਕਲੀ ਸਾਊਂਡ ਹੋ ਰਹੀ ਹੈ, ਹਰ ਚੀਜ਼ ਦੇ ਵਿੱਚ ਕੰਟੀਨਿਊਸਲੀ ਐਜੂਕੇਸ਼ਨ ਇਨਵੋਲਵ ਹੋ ਰਹੀ ਹੈ, ਜਿਹਦੇ 'ਚ ਬੜਾ ਤੁਹਾਨੂੰ ਬਹੁਤ ਜ਼ਿਆਦਾ ਕੰਸਨਟਰੇਟ ਕਰਨਾ ਪੈਂਦਾ ਆ, ਤੁਹਾਨੂੰ ਲਰਨ ਕਰਨਾ ਪੈਂਦਾ ਹੈ, ਤੁਹਾਨੂੰ ਚੀਜ਼ਾਂ ਨੂੰ ਐਪਲੀਕੇਬਲ ਬਣਾਉਣ ਵਾਸਤੇ, ਉਹਨੂੰ ਅਪਲਾਈ ਕਰਨ ਵਾਸਤੇ ਤੁਹਾਨੂੰ ਹੋਰ ਜ਼ਿਆਦਾ ਐਫਰਟ ਪਾਉਣੀ ਪੈਂਦੀ ਹੈ। ਬੰਦੇ ਦੇ ਲਈ ਤਾਂ ਬਹੁਤ ਹਾਰਡ ਹੋਈ ਜਾ ਰਿਹਾ। ਸੋ ਸਾਰੇ ਦੇ ਅੰਦਰ ਜਿਹੜੀ ਇਨ ਮੈਨੀ ਮਾਈਂਡ ਵਾਂਡਰਿੰਗ ਦੇ ਵਿੱਚ ਇੰਨੀ ਕੰਸਨਟ੍ਰੇਸ਼ਨ ਦੀ ਜਿਹੜੀ ਡਿਮਾਂਡ ਆ, ਇੰਨਾ ਫੋਕਸ ਦੀ ਡਿਮਾਂਡ ਆ, ਹਾਊ ਕੈਨ ਵੀ ਫੁਲਫਿਲ ਇਟ? ਇਹਦੇ ਵਿੱਚੋਂ ਫਿਰ ਸਾਡੇ ਇੱਥੇ ਥੋੜ੍ਹਾ ਜਿਹਾ ਈਜ਼ੀ ਇੱਕ ਉਹਨਾਂ ਨੇ ਦੇ ਟਰਾਈ ਟੂ ਫਾਈਂਡ ਏ ਪਾਥ ਦੈਟ ਇਜ਼ ਰੀਕ੍ਰੀਏਸ਼ਨਲ ਡਰੱਗਸ। ਵੀ ਨੀਡ ਇਟ। ਸੋ ਇਹਨੂੰ ਇਸ ਤਰੀਕੇ ਨਾਲ ਕਿਹਾ ਗਿਆ ਕਿ ਸਾਨੂੰ ਲੋੜ ਹੈ ਇਹਦੀ, ਇਸ ਕਰਕੇ ਸਾਨੂੰ ਦਿਓ। ਅਤੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਇੱਥੇ ਅਰਾਊਂਡ 70s 80s ਦੇ ਵਿੱਚ ਜਦੋਂ ਰਜਨੀਸ਼ ਆਇਆ ਅਮਰੀਕਾ ਦੇ ਵਿੱਚ, ਅਤੇ ਉਸਨੇ ਬਹੁਤ ਵੱਡੀ ਐਡਵੋਕੇਸੀ ਕੀਤੀ ਇਸ ਗੱਲ ਦੀ। ਈਵਨ ਉਸ ਤੋਂ ਪਹਿਲਾਂ ਵੀ ਕੁਝ ਇਹੋ ਜਿਹੇ ਗਰੁੱਪਸ ਰਹੇ, ਜਿਵੇਂ ਹਿੱਪੀ ਗਰੁੱਪ ਸੀਗੇ, ਉਹ ਦੇ ਵਰ ਐਡਵੋਕੇਟਿੰਗ ਦੈਟ ਆਵਰ ਗਵਰਮੈਂਟ should allow to use sort of drugs to actually come out of our stressors, to come out of our actually day-to-day miseries, and everything should be under medical surveillance or medical kind of supervision, so that we won't harm ourselves. We just have the good part of recreational drugs. ਇਹਦਾ ਇੱਕ ਛੋਟਾ ਜਿਹਾ ਰੂਪ, ਹਾਲਾਂਕਿ ਉਹ ਇਸ ਕਰਕੇ ਉਹ ਤਾਂ ਲਾਈਫ ਸੇਵਿੰਗ ਵਾਸਤੇ ਕੀਤਾ ਗਿਆ ਇੱਥੇ, ਸੱਚ ਐਜ਼ ਜਿਵੇਂ ਸੁਪਰਵਾਈਜ਼ਡ ਡਰੱਗ ਸਾਈਟਸ ਖੋਲ੍ਹੀਆਂ ਗਈਆਂ ਨੇ, ਉਹ ਤਾਂ ਓਵਰਡੋਜ਼ ਤੋਂ ਬਚਾਉਣ ਵਾਸਤੇ ਆ, ਉਹ ਸਾਰੇ ਵਾਸਤੇ ਹੈ। ਬਟ ਸਮ ਪੀਪਲ ਹੂ ਆਰ ਟੋਟਲੀ ਅਗੇਂਸਟ ਆਫ ਇਟ, ਦੇ ਆਰ ਸੇਇੰਗ ਵੀ ਆਰ ਫੈਸਿਲੀਟੇਟਿੰਗ drug uses in this society, and people are gonna become more actually drug abuser by providing these kind of facilities. ਪਰ ਇਹਦੀ ਇੱਕ ਲੰਮੀ ਡਿਬੇਟ ਹੈ, ਆਪਾਂ ਉਹਦੇ 'ਚ ਨਹੀਂ ਜਾਂਦੇ। ਮੈਂ ਜਿਹੜੀ ਮੌਲਿਕ ਰੂਪ ਵਿੱਚ ਬਾਤ ਕਰ ਰਿਹਾ ਕਿ ਮੁਸ਼ਕਲ ਕੀ ਹੈ, ਸਮੱਸਿਆ ਕੀ ਹੈ। ਸਮੱਸਿਆ ਇਹ ਹੈ ਕਿ ਲਾਈਫ ਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰਨ ਲਈ, ਆਪਣੇ ਆਪ ਨੂੰ ਪ੍ਰੂਵ ਕਰਨ ਲਈ, ਆਪਣੇ ਆਪ ਨੂੰ ਸਕਸੈਸਫੁਲ ਦਿਖਾਉਣ ਵਾਸਤੇ we have to put a lot of effort, and most of the effort is coming from our concentration, from our mind side, from our actually the inner ability side, not the muscle power, ਕਿਉਂਕਿ ਅੱਜ ਦੁਨੀਆ ਬਦਲ ਗਈ ਹੈ। ਸਾਰਾ ਮਸਲ ਪਾਵਰ ਵਾਸਤੇ ਤੁਸੀਂ ਇੱਕ ਮਸ਼ੀਨ ਲਾਈ, ਸਾਰਾ ਕੁਝ ਚੇਂਜ ਹੋ ਗਿਆ। ਉਹਦੇ 'ਚ ਸਾਰਾ ਫੋਕਸ ਹੀ ਤੁਹਾਡੀ ਟੈਕਨੋਲੋਜੀ ਦਾ, ਤੁਹਾਡੀ ਮਾਈਂਡ ਗੇਮ ਦਾ, ਉਹ ਸਾਰੇ ਦਾ ਉਸ ਰੂਪ ਵਿੱਚ ਆ ਰਿਹਾ ਹੈਗਾ। ਸੋ ਇਹਦੇ ਲਈ ਫਿਰ ਬੰਦੇ ਨੂੰ ਇਹ ਹੋ ਗਿਆ ਕਿ ਹੁਣ ਤਾਂ ਮੈਨੂੰ ਬੜਾ ਫੋਕਸ ਚਾਹੀਦਾ ਹੈ। I need more concentration, I need more focus, I need more type of actually energy which I can use। ਕਿਉਂਕਿ ਮੈਂ ਜੇ ਸਪੋਜ਼ ਕਰੋ ਐਸਾ ਨਹੀਂ ਹੈਗਾ ਕਿ ਮੈਂ ਜੌਬ 'ਤੇ ਗਿਆ ਹਾਂ ਅਤੇ ਬਸ ਸਵੇਰੇ ਉੱਠਿਆ ਫਰੈਸ਼, ਬਸ ਉਸ ਤਰੀਕੇ ਨਾਲ ਕੁਛ ਨਹੀਂ ਸੋਚਿਆ, ਕੁਛ ਨਹੀਂ, ਸਿੱਧਾ ਜਾ ਕੇ ਆਪਣੇ ਕੰਮ 'ਤੇ ਬੈਠਿਆ ਅਤੇ ਕੰਮ ਕਰਨ ਲੱਗ ਗਿਆ। ਨੋ, 'ਤੇ 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 'ਤੇ
उस काम नूं करन वास्ते मेरी कोई 15-16 साल की पढ़ाई है, उस पढ़ाई विच एक वड्डा हिस्सा मेरे अंदर वो जा चुका आ। जदों मैं उत्थे जाके अपने उस काम नूं करना आ, आई नीड द होल इन्फॉर्मेशन विच आई हैव accumulated during the period of my education, during the period of my training. And now if I'm not able to actually recall the whole information over there, I won't be able to finish my tasks properly. This is today's world. And when we are looking in this type of world, then ਸਾਨੂੰ ਜਿਹੜਾ ਹੈਗਾ ਕਟਿੰਗ ਥਰੋਟ ਕੰਪੀਟੀਸ਼ਨ ਵੀ ਮਿਲ ਰਿਹਾ ਆ, ਇੱਥੇ ਅਨਹੈਲਦੀ এনवायरमेंट ਵੀ ਮਿਲ ਰਿਹਾ ਆ, ਮਤਲਬ ਬਹੁਤ ਕੁਛ ਹੈ। ਟੌਪ ਆਫ ਦੈਟ ਸਾਡੀ ਜਿਹੜੀ ਬੇਸਿਕ ਇਸ਼ੂ ਆ ਉਹ ਇਹ ਕਿ ਸਾਡੀ ਕੰਸਨਟ੍ਰੇਸ਼ਨ, ਸਾਡੀ ਮਾਈਂਡ ਵਾਂਡਰਿੰਗ ਦੈਟ ਇਜ਼ ਆਲਵੇਜ਼ ਦੇਅਰ। ਸੋ ਇਸ ਸਭ ਦੇ ਵਿੱਚ ਅੱਜ ਦੇ ਹਾਲਾਤਾਂ ਦੇ ਵਿੱਚ ਲੋਕੀ ਜ਼ਿਆਦਾ ਲਾਸਟ ਨੇ। ਐਂਡ ਵੰਸ ਵੀ ਗੋ ਐਕਚੁਅਲੀ ਵੀ ਵਾਕ ਥਰੂ these kind of problems, then ਲੋਕੀ ਫਿਰ ਇਹਦੇ 'ਚ ਆ ਜਾਂਦੇ, ਐਡਵੋਕੇਸੀ ਕਰਦੇ ਆ, ਫਿਰ ਰੀਕ੍ਰੀਏਸ਼ਨਲ ਡਰੱਗਸ ਤੇ ਚਾਹੀਦੇ ਨੇ, ਫਿਰ ਆਹ ਚੀਜ਼ ਤੇ ਚਾਹੀਦੀ ਹੈ। ਆਮ ਨੋਟ ਐਕਚੁਅਲੀ ਟਰਾਈਂਗ ਟੂ ਜਸਟ ਉਹਦੀ ਬਾਤ ਨਹੀਂ ਕਰਨ ਲੱਗਾ, ਮੈਂ ਤਾਂ ਸਿਰਫ ਆਪਣੀ ਬਾਤ ਲਿਆ ਰਿਹਾ ਉਸ ਰੂਪ ਦੇ ਵਿੱਚ ਕਿ ਇਸ ਮਾਈਂਡ ਜਿਹੜੀ ਵਾਂਡਰਿੰਗ ਹੈ, ਮਿਜ਼ਰੀ ਹੈ, ਇਹ ਮੁੱਢ ਤੋਂ ਬੰਦੇ ਦੇ ਨਾਲ ਰਹੀ ਹੈ, ਇਹ ਕੋਈ ਪਹਿਲੀ ਵਾਰ ਨਹੀਂ ਆਈ। ਇਹ ਹਮੇਸ਼ਾ ਹੀ each and every generation have gone through with these issues. Nowadays it's on very higher level due to, as I have explained, how actually work environment and today's social and economical structure, but it has been there all the time. ਇਹਦੇ ਲਈ ਮੈਂ ਇੱਕ ਛੋਟੀ ਜਿਹੀ ਇਹਦੇ ਨਾਲ ਐਡ ਕਰਦੇ ਹਾਂ ਚੀਜ਼। ਮੈਂ ਰੀਸੈਂਟਲੀ CBC ਤੇ ਇੱਕ ਪ੍ਰੋਗਰਾਮ ਐਕਚੁਅਲੀ ਆਈ ਵਾਚਡ ਇਟ, ਐਕਚੁਅਲੀ ਆਈ ਲਿਸਨਡ ਇਟ, ਮੈਂ ਉਹਨੂੰ ਸੁਣਿਆ। ਉੱਥੇ ਉਹ 'ਚ ਹੋਇਆ ਇਹ ਕਿ ਉਹਨਾਂ ਨੇ ਇੱਕ ਉਹਦੀ ਪੋਡਕਾਸਟ ਸੀ, ਤਾਂ ਉਹਦੇ ਵਿੱਚ ਇੱਕ ਡੈਨਿਸ਼ ਉਹਨਾਂ ਦਾ ਸਕਾਲਰ ਸੀਗਾ ਸਾਈਕੋਲੋਜੀ ਸਾਈਡ ਤੋਂ, ਬਹੁਤ ਵੱਡਾ ਸਾਈਕੋਲੋਜਿਸਟ ਸੀਗਾ, ਵਰਲਡ ਰਿਨੋਨ, ਉਸਨੂੰ ਇੰਟਰਵਿਊ ਕਰ ਰਹੀ ਹੈ ਜਿਹੜੀ ਹੋਸਟ ਹੈ। ਤਾਂ ਸਾਰੀ ਗੱਲ ਕੰਸਨਟ੍ਰੇਸ਼ਨ 'ਤੇ ਹੋ ਰਹੀ ਹੈ। ਤਾਂ ਐਕਚੁਅਲ ਲੈਵਲ 'ਤੇ ਉੱਥੇ ਉਹ ਜਿਹੜਾ ਉਹ ਸ਼ਖਸ ਹੈ, ਉਹ ਡੈਨਿਸ਼ ਸਕਾਲਰ ਜਿਹੜਾ ਉਹ ਜਿਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਹੈ, ਉਹਦੀ ਬੁੱਕ ਆ, ਤਾਂ ਉਸ ਬੁੱਕ ਦਾ ਨਾਂ ਹੀ ਉਹਨੇ ਕੰਸਨਟ੍ਰੇਸ਼ਨ ਰੱਖਿਆ। ਇਹਦੇ ਬਾਰੇ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਸ਼ਾਇਦ ਬਾਤ ਹੋਈ ਥੋੜ੍ਹੀ ਜਿਹੀ, ਪਰ ਟੂਕ ਮਾਤਰਾ ਅੱਜ ਦੇ ਵਿਸ਼ੇ ਦੇ ਅੱਜ ਦੇ ਸਬਜੈਕਟ ਦੇ ਅਕੋਰਡਿੰਗਲੀ ਆਮ ਐਕਚੁਅਲੀ ਗਿਵਿੰਗ ਦਿਸ ਐਗਜ਼ਾਮਪਲ। ਉਹਦੇ 'ਚੋਂ ਦੱਸਦਾ ਪਹਿਲਾਂ ਤਾਂ ਰੀਜ਼ਨ ਸਾਡੀ ਅੱਜ ਡਿਸਟਰੈਕਸ਼ਨ ਜਿਹੜੀ ਜਿੰਨੀ ਜ਼ਿਆਦਾ ਹੁੰਦੀ ਹੈ, ਸਾਨੂੰ ਅਸੀਂ ਡਿਸਟਰਬ ਹੋ ਜਾਂਦੇ ਹਾਂ, ਅਸੀਂ ਡਿਸਟਰੈਕਸ਼ਨ ਹੋ ਜਾਂਦੀ, ਸਾਡੀ ਜਿਹੜਾ ਕੰਸਨਟ੍ਰੇਸ਼ਨ ਦਾ ਸਪੈਨ ਹੈ ਸਾਡਾ ਬੜਾ ਸਮੋਲ ਹੋਈ ਜਾ ਰਿਹਾ ਹੈਗਾ। ਇਹਦੇ ਉਹਨੇ ਰੀਜ਼ਨ ਸਾਰੇ ਦੇ ਸਾਰੇ ਗਿਣਾਏ। ਜਿਵੇਂ ਇੱਕ ਆਮ ਕਰਕੇ ਰੀਜ਼ਨ ਅਸੀਂ ਇਹ ਕਹਿ ਲੈਂਦੇ ਹਾਂ ਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਇਹੀ ਖਰਾਬ ਆ। ਇਹ ਕਿਹਾ ਗਿਆ ਕਿ ਸਾਡੇ ਐਕਚੁਅਲੀ ਡੇ ਬਾਈ ਡੇ ਔਰ ਜਨਰੇਸ਼ਨ ਬਾਈ ਜਨਰੇਸ਼ਨ ਵੀ ਆਰ ਗੈਟਿੰਗ ਲੋਸਟ। ਸੋ ਦੈਟਸ ਵਾਈ ਅੱਜ ਦੀ ਜਨਰੇਸ਼ਨ ਜਿਹੜੀ ਉਹਦਾ ਇਸ਼ੂ ਇਹ ਵਧੀ ਜਾ ਰਿਹਾ। ਇਹਦੇ ਬਾਰੇ ਉਹਨੇ ਕਿਹਾ ਕਿ ਸਾਡੇ ਕੋਲ ਜਿਹੜੀ ਐਵੀਡੈਂਸ ਬੇਸਡ ਅਪਰੋਚ ਆ, ਉਹਦੇ 'ਚ ਅਸੀਂ ਦੇਖਿਆ ਆ ਕਿ ਜਿਹੜਾ ਸਾਡਾ ਬ੍ਰੇਨ ਆ ਜਾਂ ਜਿਹੜੀ ਸਾਡੀ ਹਿਊਮਨ ਮਾਈਂਡ ਦੀ ਕੈਪੈਸਿਟੀ ਹੈ, ਉਹਦੇ 'ਚ ਕੁਝ ਵੀ ਕੰਪਰੋਮਾਈਜ਼ ਨਹੀਂ ਹੋਇਆ ਐਕਚੁਅਲੀ, ਜੇ ਅਸੀਂ ਬਹੁਤ ਸਾਰੀਆਂ ਪਿਛਲੀਆਂ ਜਨਰੇਸ਼ਨਸ ਦੇ ਨਾਲ ਦੇਖਦੇ ਹਾਂ। ਤੇ ਬਲਕਿ ਸਾਡੇ ਕੋਲ ਤਾਂ ਐਵੀਡੈਂਸ ਇਹ ਦੱਸਦਾ ਕਿ ਸਾਡੀ ਜਿਹੜੀ ਬ੍ਰੇਨ ਦੀ ਮਸ਼ੀਨਰੀ ਹੈ ਇਹ ਬਹੁਤ ਵਧੀਆ ਹੋਈ ਜਾ ਰਹੀ ਹੈ, ਇਹ ਜ਼ਿਆਦਾ ਬੈਟਰ ਹੈ ਪਿਛਲੀਆਂ ਜਨਰੇਸ਼ਨਸ ਨਾਲੋਂ। ਸਾਡੇ ਮਾਈਂਡ ਵਿੱਚ ਵੀ ਐਬਿਲਿਟੀ ਜਿਹੜੀ ਹੈ ਜ਼ਿਆਦਾ ਵਧੀਆ ਆ, ਪਿਛਲੀ ਐਵੀਡੈਂਸ ਬੇਸਡ ਹੈ ਸਾਰਾ ਕੁਛ। ਪਰ ਹਾਂ, ਸਾਡੀ ਕੰਸਨਟ੍ਰੇਸ਼ਨ ਦਾ ਲੈਵਲ ਸਾਡੀਆਂ ਪਹਿਲੀਆਂ ਜਨਰੇਸ਼ਨਸ ਨਾਲੋਂ ਅੱਜ ਦੀ ਜਨਰੇਸ਼ਨ 'ਚ ਘਟਦਾ ਜਾ ਰਿਹਾ ਹੈਗਾ। ਉਹ ਕਹਿੰਦਾ ਇਹਦਾ ਕਾਰਨ ਕੋਈ ਜੀਨਸ ਵਿੱਚੋਂ ਨਹੀਂ ਆ ਰਿਹਾ, ਇਹਦਾ ਰੀਜ਼ਨ ਕੋਈ ਹਾਰਡਵੇਅਰ ਵਿੱਚੋਂ ਨਹੀਂ ਆ ਰਿਹਾ, ਕੋਈ ਖਾਸ ਨਿਊਰੋ ਸਾਇੰਸਿਸ ਵਿੱਚੋਂ ਆ ਰਿਹਾ ਹੋਏ, ਈਵਨ ਕੋਈ ਸਾਡੀ ਕੋਗਨੀਸ਼ਨ ਫੰਕਸ਼ਨਿੰਗ ਵਿੱਚੋਂ ਆ ਰਿਹਾ ਹੋਏ। ਨੋ, ਦ ਆਲ ਰੀਜ਼ਨਸ ਆਰ ਕਮਿੰਗ ਫਰਮ ਦ ਐਨਵਾਇਰਨਮੈਂਟ ਸਾਈਡ। ਕਿਉਂਕਿ ਐਨਵਾਇਰਨਮੈਂਟ ਜਿਹੜਾ ਆ ਇਤਨਾ ਜ਼ਿਆਦਾ ਡਿਸਟਰੈਕਟਿਵ ਹੋ ਚੁੱਕਾ ਆ। ਹੁਣ ਸਾਡੇ ਸਾਰਿਆਂ ਦੇ ਕੋਲ ਸਮਾਰਟਫੋਨ ਨੇ, ਸਾਡੇ ਸਾਰਿਆਂ ਦੇ ਕੋਲ ਇੱਕ ਡਿਵਾਈਸ ਆ ਜਿਹੜਾ ਦੁਨੀਆ ਭਰ ਦੀ ਇਨਫੋਰਮੇਸ਼ਨ ਕੈਰੀ ਕਰਕੇ ਦੁਨੀਆ ਭਰ ਦਾ ਉਹਦੇ ਸਭ ਕੁਛ ਪਿਆ ਆ।
ਉਹਦੇ ਵਿੱਚ ਸਾਡੀ ਈਮੇਲਸ ਵੀ ਨੇ, ਸਾਡੇ ਸੋਸ਼ਲ ਕਨੈਕਸ਼ਨਸ, ਸਾਡੇ ਸੋਸ਼ਲ ਨੈਟਵਰਕਿੰਗ ਕਨੈਕਸ਼ਨਸ ਵੀ ਨੇ, ਸਾਰੇ ਸਾਡਾ ਫੋਨ ਤੇ ਹੈ ਹੀ ਹੈ। ਹੋਰ ਸਾਡਾ ਅਲਾਰਮ ਵੀ ਆ ਉਹਦੇ ਵਿੱਚ, ਸਾਡੀ ਕਲੌਕ ਵੀ ਹੈ, ਸਾਡਾ ਕੈਲੰਡਰ, ਐਵਰੀਥਿੰਗ ਇਜ਼ ਦੇਅਰ। ਸੋ ਉਹਦੇ 'ਚ ਇਤਨੇ ਜ਼ਿਆਦਾ ਚੀਜ਼ਾਂ ਇਨਵੋਲਵ ਨੇ, ਤੁਸੀਂ ਉਸ ਨੂੰ ਕੋਲ ਰੱਖ ਕੇ ਜਾਂ ਅਰਾਊਂਡ 80 to 90% ਟਾਈਮ ਕੋਲ ਰੱਖ ਕੇ ਨਹੀਂ, ਪੀਪਲ ਆਰ ਡੂਇੰਗ ਵਰਕ ਔਨ ਇਟ। People are reading something, people are actually typing emails, something is going on over there. Even ਜਿਹੜਾ ਬੱਚੇ ਕਈ ਵਾਰੀ ਆਪਣੇ ਅਸਾਈਨਮੈਂਟਸ ਉੱਤੇ ਕਰ ਰਹੇ ਨੇ, ਹੁਣ ਉਹ ਕੰਮ ਕਰ ਰਿਹਾ, ਕੰਮ ਕਰਨ ਦੇ ਦੌਰਾਨ ਹੀ ਇੱਕ ਚੀਜ਼ ਪੌਪ ਅਪ ਹੋ ਗਈ। ਹੁਣ ਜੋ ਕੰਮ ਹੋ ਰਿਹਾ ਸੀਗਾ, ਸਪੋਜ਼ ਕਰੋ ਕੋਈ ਬੰਦਾ ਕੁਝ ਚੀਜ਼ ਰਾਈਟ ਕਰ ਰਿਹਾ ਉਹਦੇ ਉੱਤੇ, ਹੁਣ ਰਾਈਟਿੰਗ ਦੇ ਦੌਰਾਨ 2 ਸੈਂਟੈਂਸ ਲਾਈਨ ਅਪ ਹੋਏ ਸੀਗੇ, ਅਜੇ ਉਹ ਪੂਰੇ ਟਾਈਪ ਨਹੀਂ ਹੋਏ, 2-3 ਵਰਡ ਟਾਈਪ ਕੀਤੇ ਨੇ, ਕੋਈ ਮੈਸੇਜ ਪੌਪ ਅਪ ਹੋਇਆ, ਇੱਕਦਮ ਉਸ ਮੈਸੇਜ ਨੇ ਉਹਦੀ ਜਿਹੜੀ ਅਟੈਂਸ਼ਨ ਬਾਏ ਕਰ ਲਈ। ਜਿਵੇਂ ਅਟੈਂਸ਼ਨ ਬਾਏ ਕੀਤੀ, ਜਿਹੜੇ 2 ਸੈਂਟੈਂਸ ਸੀਗੇ ਉਹਨੂੰ ਚੱਕ ਚਲਾ ਗਿਆ। ਉਸ ਇਹ ਜਿਹੜਾ ਸੈਟਬੈਕ ਹੈ, ਜਿਹੜਾ ਲਾਸ ਹੋਣਾ ਇੱਕਦਮ, ਇਹ ਕੀ ਕਹੇਗਾ ਫਿਰ ਨੈਕਸਟ ਸਟੈਪ ਆਏਗਾ। ਉਹ ਸਟੈਪ ਕੀ ਆਣਾ ਹੈ ਕਿ ਜਿਹੜਾ ਉਹ ਪੌਪਅਪ ਹੋਇਆ ਮੈਸੇਜ, ਉਹਨੇ ਅਟੈਂਸ਼ਨ ਬਾਏ ਕਰ ਲਈ, ਉਧਰੋਂ ਇੱਕ ਥਾਟ ਹੋਰ ਜਨਰੇਟ ਹੋ ਗਿਆ, ਜਿਹੜਾ ਪਹਿਲਾ ਸੈਂਟੈਂਸ ਸੀ ਉਹ ਵੀ ਚਲਾ ਗਿਆ। ਹੁਣ ਕੀ ਹੋਇਆ? ਫਰਸਟ੍ਰੇਸ਼ਨ ਜਨਰੇਟ ਹੋ ਗਈ। ਬੰਦੇ ਨੂੰ ਲੱਗਣ ਲੱਗ ਗਿਆ, ਆਮ ਡਮ, ਯੂ ਨੋ, ਆਈ ਈਵਨ ਕੈਨ ਨੋਟ ਰੀਕਾਲ ਵਟ ਆਈ ਵਾਜ਼ ਰਾਈਟਿੰਗ ਐਕਚੁਅਲੀ ਫਿਊ ਸੈਕਿੰਡਸ ਅਗੋ, ਵਾਟਸ ਰੋਂਗ ਵਿਦ ਮੀ। ਹੁਣ ਇਹ ਜਿਹੜੀ ਮਿਜ਼ਰੀ ਹੈ, ਇਹ ਕਿਸੇ ਨਾਲ ਸ਼ੇਅਰ ਵੀ ਨਹੀਂ ਹੋ ਸਕਦੀ। ਪੈਰ ਪੈਰ ਤੇ ਕਿਵੇਂ ਸ਼ੇਅਰ ਕਰੋਗੇ ਤੁਸੀਂ? ਐਂਡ ਵੰਸ ਵੀ ਆਰ ਕੈਰਿੰਗ ਦੀਜ਼ ਕਾਈਂਡ ਆਫ ਮਿਜ਼ਰੀ ਆਲ ਦ ਟਾਈਮ, from morning until evening, person gonna be the whole actually misery machine. Now he or she needs some sort of relaxation. कुछ relax करने वास्ते चाहिए था यार। Recreational drugs आउण दिओ। हालांकि ਉਹਦੇ ਆਪਣੇ ਇਸ਼ੂਜ਼ ਨੇ, ਉਹ 1 2 4 5 ਦਿਨ ਤੇ ਰਿਲੈਕਸ ਕਰੇਗਾ, 7ਵੇਂ ਦਿਨ ਜਾ ਕੇ ਡਿਪੈਂਡੈਂਸੀ ਕ੍ਰੀਏਟ ਕਰੇਗਾ। ਐਂਡ ਨਾਓ ਐਕਚੁਅਲੀ ਮਾਈ ਮਾਈਂਡ ਮਿਜ਼ਰੀ ਇਜ਼ ਨੋਟ ਇਸ਼ੂ ਫॉर मी, ਦ ਮੇਨ ਇਸ਼ੂ ਇਜ਼ ਬਿਕੋਜ਼ ਆਈ ਐਮ ਐਡਿਕਟ ਫॉर ਸਮਥਿੰਗ and I cannot come from out of that thought all the time. ਇਸ ਸਾਰੇ ਦੇ ਵਿੱਚ ਇਹ ਐਗਜ਼ੈਕਟਲੀ ਉਹ ਸਾਰੀ ਇਸ ਤਰੀਕੇ ਨਾਲ ਉਹ ਐਕਸਪਲੇਨ ਕਰ ਰਿਹਾ ਚੀਜ਼ਾਂ। ਚਲੋ ਇਹ ਪ੍ਰੋਬਲਮ ਟਾਕ ਹੋ ਗਈ, I can actually talk on it hours and hours. But then the host who was conducting this interview, she asked him, okay, what is the solution? ਉਹ ਕਹਿੰਦਾ ਕਹਿੰਦਾ ਸੋਲਿਊਸ਼ਨ ਜਿਹੜਾ ਆ ਇਹ ਕੋਈ ਇਹ ਤੇ ਹੈ ਨਹੀਂਗਾ ਕਿ ਮੇਰੇ ਕੋਲ ਕੋਈ ਇੱਕ ਸਿਲਵਰ ਬੁਲੇਟ ਆ ਤੇ ਮੈਂ ਉਹਨੂੰ ਜਿਹੜਾ ਹੈਂਡਲ ਕਰ ਦਿਆਂਗਾ। ਨੋ, ਪਰ ਇੱਕ ਇਸ ਸੋਲਿਊਸ਼ਨ ਦੇ ਵਿੱਚ ਇਸ ਇਸ਼ੂ ਨੂੰ ਹੈਂਡਲ ਕਰਨ ਵਾਸਤੇ ਜਿਹੜੀ ਯੂਨੀਵਰਸਲ ਚੀਜ਼ ਹੈ ਐਂਡ ਵਿਚ ਇਜ਼ ਐਗਜ਼ਿਸਟਿੰਗ ਫਰੋਮ thousands of years on this globe, I am also actually advocating that tool over here. Okay, what is that? Okay, in the meditation. This is the best tool to increase your concentration, to increase your focus, to increase your attention toward the right side. ਹੁਣ ਆ ਜਿਹੜੀ ਚੀਜ਼ ਆ ਇਹਦੇ ਵਿੱਚੋਂ ਹੀ ਫਿਰ ਮਾਈਂਡਫੁਲਨੈਸ ਨਿਕਲਦੀ ਹੈ, ਇਹਦੇ ਵਿੱਚੋਂ ਹੀ ਫਿਰ ਪ੍ਰੋਪਰ ਕੋਗਨੀਸ਼ਨ ਬਿਹੇਵੀਅਰ ਜਿਹੜਾ ਸਾਡਾ ਉਹ ਨਿਕਲਦਾ ਆ। ਐਵਰੀਥਿੰਗ ਇਜ਼ ਦੇਅਰ। ਬਾਬਾ ਜੀ ਇਹਨੂੰ ਹੋਰ ਇਸ ਲੈਵਲ ਤੇ ਦੇਖਣਾ। ਦੇਖੋ ਜਿਹੜੀ ਮਾਈਂਡ ਵਾਂਡਰਿੰਗ ਹੁੰਦੀ ਹੈ ਨਾ, ਇਟਸ ਨੋਟ ਅ ਬੈਡ ਥਿੰਗ ਟੂ। ਇਹ ਵੀ ਵਾਰ-ਵਾਰ ਬਾਣੀ 'ਚ ਆ ਜਾਂਦਾ ਹੈ। ਮਨ ਦਾ ਭਟਕਣਾ ਇਹ ਤੁਹਾਨੂੰ ਦੱਸਦਾ ਹੈ ਬਹੁਤ ਕੁਛ, ਇਹ ਵਿਖਾਉਂਦਾ। ਜਿਵੇਂ ਸਪੋਜ਼ ਕਰੋ ਕਿਸੇ ਨੂੰ ਬੁਖਾਰ ਚੜ੍ਹਦਾ ਆ ਤੇ ਬੰਦਾ ਕਹਿੰਦਾ ਬੁਖਾਰ ਤੇ ਬੜੀ ਮਾੜੀ ਚੀਜ਼ ਹੈ, ਭਾਈ ਜਿਹੜਾ ਤਾਪ ਸੰਤਾਪ ਹੈ ਕੋਈ ਦੱਸਣ ਵਾਸਤੇ ਆਇਆ ਹੈ। ਇਹ ਦੱਸਦਾ ਆ ਵੀ ਸਮਥਿੰਗ ਇਜ਼ ਰੋਂਗ ਇਨ ਯੂਰ ਡੇ ਟੂ ਡੇ ਰੂਟੀਨ, in your lifestyle, in your environment. So you have to pay attention toward that side. ਤੂੰ ਪ੍ਰੋਪਰ ਕੱਪੜੇ ਨਹੀਂ ਪਾਉਂਦਾ, ਠੰਡ ਜ਼ਿਆਦਾ ਹੈ, ਠੰਡ ਲੱਗਦੀ ਤੈਨੂੰ, ਇਸ ਕਰਕੇ ਤੇਰਾ ਸਿਰ ਦੁਖਦਾ। ਤੂੰ ਪੂਰੇ ਹਾਈਜੀਨ ਦਾ ਖਿਆਲ ਨਹੀਂ ਕਰਦਾ, ਕਿਤੇ ਨਾ ਕਿਤੋਂ ਕੁਝ ਨਾ ਕੁਝ ਵਾਇਰਸ ਜਿਹੜਾ ਹੈਗਾ ਬੱਗ ਲੈ ਆਉਣਾ ਆਪਣੇ ਨਾਲ। ਤੂੰ ਜਿਹੜਾ ਆ
ਓਵਰ ਟਾਇਰਡ ਹੋ ਗਿਆ ਆ ਤੂੰ ਉਹ ਕੰਮ ਜ਼ਿਆਦਾ ਕਰਦਾ ਹੈ, ਇਸ ਇਹੋ ਜਿਹੀ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਰੇ 'ਤੇ ਫੋਕਸ ਕਰਨ ਦੀ ਲੋੜ ਹੈ, ਜਾਂ ਇਹਨਾਂ 'ਚੋਂ ਕਿਸੇ ਇੱਕ ਚੀਜ਼ ਉੱਤੇ ਕੰਮ ਕਰਨ ਦੀ ਲੋੜ ਹੈ। ਮਾਈਂਡ ਵਾਂਡਰਿੰਗ ਜਿਹੜੀ ਹੈ, ਜੇ ਤੁਸੀਂ ਇਹਨੂੰ ਸਹੀ ਰੂਪ ਦੇ 'ਚ ਦੇਖ ਲਓ ਵੀ ਯੈਸ ਇਟਸ ਹੈਪਨਿੰਗ ਟੂ ਮੀ, then we can actually try to understand why it's happening, why these kind of thoughts are coming all the time, why these kind of ideas are actually appealing me। ਇਹ ਸਾਰਾ ਕੁਛ ਆ, ਪਰ ਇਤਨੇ ਅਸੀਂ ਕਈ ਵਾਰੀ ਇਹ ਸਾਰੇ ਦੀ ਡਾਕਟਰੀਨ ਸਾਡੇ ਕੋਲੋਂ ਨਹੀਂ ਹੋ ਪਾਉਂਦੀ, ਇੰਨਾ ਟਾਈਮ ਵੀ ਨਹੀਂ ਹੁੰਦਾ ਇਸ ਲੈਵਲ 'ਤੇ। ਬਾਬਾ ਜੀ ਨੇ ਇਹਦੇ ਲਈ ਜਿਹੜੀ ਬਾਤ ਕੀਤੀ ਹੈ ਇੱਥੇ, ਬਾਬਾ ਜੀ ਕਹਿੰਦੇ ਨੇ ਕਿ ਮਨ ਦਹਿ ਦਿਸ ਚਲ ਚਲ ਭਰਮੇ ਆ। Let's don't avoid your mind wandering, or don't actually try to मतलब ये करना कि no I cannot notice it, I will not notice it at all, it's happening, who care, let it happen। no, notice it, ਇਹਨੂੰ ਇਹਦੇ ਧਿਆਨ ਦੇ ਥੋੜਾ, ਇਹ ਚੱਲ ਰਿਹਾ ਹੈ, ਇਹਦੇ ਵਿੱਚੋਂ ਫਰਸਟ੍ਰੇਸ਼ਨ ਜਨਰੇਟ ਹੋ ਰਹੀ ਹੈ, ਇਹਦੇ ਵਿੱਚੋਂ ਤੇਰੀਆਂ ਪਰੇਸ਼ਾਨੀਆਂ ਨਿਕਲ ਰਹੀਆਂ ਨੇ, ਇਹਦੇ ਵਿੱਚੋਂ ਤੇਰੇ ਬਾਹਰ ਦੀ ਦੁਨੀਆ ਖਰਾਬ ਹੋ ਰਹੀ ਹੈ, ਤੇਰੀ ਅੰਦਰ ਦੀ ਦੁਨੀਆ ਖਰਾਬ ਹੋ ਰਹੀ ਹੈ। ਸੋ ਇਸ ਨੂੰ ਅਟੈਂਡ ਕਰ, ਇਹਨੂੰ ਅਟੈਂਸ਼ਨ ਪੇ ਕਰ, ਇਸ ਨੂੰ ਪੇਸ਼ ਹੋ, ਇਸ ਨੂੰ ਜਸਟ ਅਵੋਇਡ ਨਾ ਕਰ। ਗੁਰੂ ਸਾਹਿਬ ਨੇ ਮਨ ਨੂੰ ਕਿਹਾ, ਮਨ ਦਹਿ ਦਿਸ ਚਲ ਚਲ ਭਰਮੇ ਆ, ਮਨਮੁਖ ਭਰਮ ਭੁਲਾਇਆ। ਤੇ ਮਨ ਦਾ ਮੁਰੀਦ ਇਸ ਭਰਮ ਦੇ ਵਿੱਚ ਆ ਕਿ ਹੂ ਕੇਅਰ, ਇਫ ਇਟਸ ਹੈਪਨਿੰਗ ਇਟ ਵਿਲ ਗੋ ਅਵੇ ਇਟਸੈਲਫ, ਵਾਈ ਸ਼ੁਡ ਆਈ ਬੋਦਰ ਮਾਈ ਸੈਲਫ ਟੂ ਪੇ ਅਟੈਂਸ਼ਨ ਦੈਟ ਦਿਸ ਕਾਈਂਡ ਆਫ ਮਿਜ਼ਰੀ ਇਜ਼ ਹੈਪਨਿੰਗ ਟੂ ਮੀ। ਭਾਈ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਸਪੋਜ਼ ਤੁਸੀਂ ਕੋਈ ਕਾਰ ਡਰਾਈਵ ਕਰਦੇ ਹੋ, ਜਾਂ ਕੋਈ ਵਹੀਕਲ, ਜਾਂ ਕੋਈ ਐਨੀ ਕਾਈਂਡ ਆਫ ਜਿਹੜਾ ਹੈਗਾ, ਤੁਸੀਂ ਕੋਈ ਮਸ਼ੀਨਰੀ ਕਿਸੇ ਨਾਲ ਡੀਲ ਕਰਦੇ ਹੋ, ਅਤੇ ਉਹ ਰੈਗੂਲਰ ਦੇ ਨਾਲੋਂ ਡਿਫਰੈਂਟ ਆਵਾਜ਼ਾਂ ਕਦੀ ਕਦੀ ਦੇਣੀਆਂ ਸ਼ੁਰੂ ਕਰ ਦਿੰਦੀ ਹੈ, ਸਾਊਂਡਸ ਡਿਫਰੈਂਟ ਕਰਦੀ ਹੈ। ਉਹਦੇ ਜਿਹੜਾ ਹੈਗਾ ਕਿਸੇ ਤਰੀਕੇ ਦੇ ਨਾਲ ਓਪਰੇਟ ਕਰਨ ਦੇ ਵਿੱਚ ਕੋਈ ਤੁਹਾਨੂੰ ਅਨਯੂਜ਼ੂਅਲ ਨਜ਼ਰ ਪੈ ਰਿਹਾ, ਉਹ ਦਿਸ ਰਿਹਾ, ਪਰ ਤੁਸੀਂ ਉਹਨੂੰ ਅਵੋਇਡ ਕਰਦੇ ਹੋ, ਹੂ ਕੇਅਰ, ਇਟਸ ਓਕੇ, ਲੈਟ ਇਟ ਐਕਚੁਅਲੀ ਡੋਂਟ ਪੇ ਅਟੈਂਸ਼ਨ ਟੂ ਇਟ। ਹੋਏਗਾ ਕਿ ਉਹ ਜ਼ਿਆਦਾ ਖਰਾਬ ਹੋ ਜਾਏਗੀ। ਜਿੱਥੇ ਥੋੜ੍ਹਾ ਜਿਹਾ ਵੀ ਲੱਗੇ ਉੱਥੇ ਬੰਦਾ ਕਹਿੰਦਾ ਨਹੀਂ ਇਹਨੂੰ ਕੋਈ ਇਸ਼ੂ ਹੈ ਭਾਈ, ਇਹਨੂੰ ਰਿਪੇਅਰ ਦੀ ਲੋੜ ਹੈ, ਇਹਨੂੰ ਧਿਆਨ ਮੰਗਦੀ, ਇਹਨੂੰ ਸਰਵਿਸ ਦੀ ਲੋੜ ਹੈ, ਇਹਨੂੰ ਰੈਸਟ ਦੀ ਲੋੜ ਹੈ, ਇਹਨੂੰ ਮੇਨਟੇਨੈਂਸ ਦੀ ਲੋੜ ਹੈ, ਸਮਥਿੰਗ ਇਜ਼ ਦੇਅਰ। ਐਗਜ਼ੈਕਟਲੀ ਸਾਡਾ ਮਾਈਂਡ ਵਾਂਡਰਿੰਗ ਸਾਨੂੰ ਦੱਸਦੀ ਹੈ। ਅਤੇ ਮਾਈਂਡ ਵਾਂਡਰਿੰਗ ਇਹ ਵੀ ਨਹੀਂ ਹੈ ਕਿ ਤੁਸੀਂ ਇੱਕ ਵਾਰੀ ਕੋਈ ਟੈਨਸ਼ਨ ਪੇ ਕੀਤੀ ਚਲੀ ਗਈ। ਇਹ ਤਾਂ ਇੱਕ ਜਿਵੇਂ ਬੇਨਤੀ ਕੀਤੀ ਕਿ ਜਿਵੇਂ ਅੱਜ ਦੀ ਅਕੈਡੈਮਿਕ ਐਜੂਕੇਸ਼ਨ ਦੀ, ਅੱਜ ਟ੍ਰੇਨਿੰਗ ਦੀ, ਅੱਜ ਕੋਰਸਿਸ ਦੀ, ਰਿਫਰੈਸ਼ਮੈਂਟ ਦੀ ਸਾਨੂੰ ਲਗਾਤਾਰ ਲੋੜ ਪੈਂਦੀ ਹੈ, ਕਿਉਂਕਿ ਇਟਸ ਟੂਡੇਜ਼ ਇਕੋਨਮੀਜ਼ ਡਿਮਾਂਡ, ਇਟਸ ਟੂਡੇਜ਼ ਐਕਚੁਅਲੀ ਵਰਕ enforcement's demand, so we have to do it, we have to focus toward our academic actually you can say development all the time, otherwise we won't be able to continue our pace of success or pace of our betterment. We're going to lose this trail. ਇਹ ਜ਼ਰੂਰੀ ਹੈ ਐਗਜ਼ੈਕਟਲੀ ਜਿਹੜੀ ਸਾਡੀ ਅੰਦਰ ਦੀ ਬੈਟਰਮੈਂਟ ਆ, ਸਾਡੀ ਮੈਚਿਓਰਿਟੀ ਹੈ, ਇਹ ਸਭ ਚੀਜ਼ਾਂ ਹੁੰਦਾ ਤੇ ਮਨੁੱਖ ਤੇ ਉਹੀ ਹੈ। ਇੱਕ ਬੱਚਾ ਆ 16-17 ਸਾਲ ਤੱਕ ਬੜਾ ਵਧੀਆ ਸੀ, ਪੜ੍ਹਨ ਨੂੰ ਬਹੁਤ ਵਧੀਆ ਚੱਲ ਰਿਹਾ ਸੀ, ਸਭ ਕੁਝ ਠੀਕ ਸੀਗਾ। ਇੱਕ ਦਿਨ ਕੀ ਹੋਇਆ, 17 ਤੋਂ 18 ਸਾਲ ਦੇ 'ਚ, ਇੱਕ ਸਾਲ ਦੇ ਵਿੱਚ ਉਹਨੂੰ ਖੁਦ ਨੂੰ ਨਹੀਂ ਪਤਾ ਲੱਗਾ, ਉਹ ਉਸੇ ਕਲਾਸ ਦੇ ਵਿੱਚ ਜਿੱਥੇ 90+ ਸੀਗਾ ਉੱਥੇ 70 ਡਾਊਨ ਆ ਗਿਆ ਹੈਗਾ। ਜਿੱਥੇ ਘਰ ਦੇ ਵਿੱਚ ਇਤਨਾ ਹੀ ਵਧੀਆ ਤਰੀਕੇ ਨਾਲ ਉਹਨੂੰ ਪ੍ਰੇਜ਼ਿੰਗ ਵਰਡ ਮਿਲਦੇ ਸੀਗੇ, ਅੱਜ ਘਰ ਦੇ ਵਿੱਚ ਉਹਨੂੰ ਸਵਾਏ ਝਿੜਕਾਂ ਤੋਂ ਕੁਛ ਨਹੀਂ ਮਿਲ ਰਿਹਾ। ਇਤਨਾ ਵਧੀਆ ਸੀਗਾ ਹੈਲਥ ਵਾਈਜ਼, ਸਾਰਾ ਕੁਝ ਬੜਾ ਕੌਨਸ਼ੀਅਸ ਸੀਗਾ, ਹੁਣ ਹੈਲਥ ਵੀ ਖਰਾਬ ਹੋ ਗਈ ਹੈ। ਫਰੈਂਡ ਸਰਕਲ ਜਿਹੜਾ ਹੈਗਾ ਉਹ ਡਾਊਨ ਆ ਗਿਆ ਆ, ਖੁਦ ਨੂੰ ਵੀ ਲੱਗ ਰਿਹਾ ਕਿ ਯੂ ਨੋ ਨੋਟ ਮੇਕਿੰਗ ਗੁੱਡ ਚੋਇਸਿਸ ਐਟ ਆਲ। ਮੇਨ ਕੁਛ ਜਿਹੜੀ ਚੀਜ਼ ਹੈ ਉਹਦੇ ਕਰਕੇ ਮੈਂ ਡੀਰੇਲ ਹੋ ਗਿਆ ਆ। ਹੁਣ ਉਹ ਜਿਹੜੀ ਚੀਜ਼ ਆ ਉਹ ਇੱਕਦਮ ਨਹੀਂ ਹੋਈ, ਉਹ ਮਾਈਂਡ ਵਾਂਡਰਿੰਗ ਨੇ ਹੌਲੀ ਹੌਲੀ ਕਰਕੇ, ਕਿਉਂਕਿ ਮੈਂ ਅਟੈਂਸ਼ਨ ਪੇ ਨਹੀਂ ਕੀਤੀ।
गलत थॉट्स गलत आइडियाज़ पॉप अप हो ही गए, परेशान करी गए इस तरीके नाल, वो टेंशन बाय कर गए, चंगा काम ते टेंशन नहीं होया। जिवें सपोज करो बच्चा वर्क करने वास्ते कंप्यूटर ते बैठा आ, हुण थोड़ी एज आ रही है, उस तरीके नाल आ रहा, चीज़ां पॉप अप हो रही ने, प्रोकास्टिनेशन वध रही है अंदर। हू केयर, आई हैव इनफ सेल्फ कॉन्फिडेंस, फेक that fake type of confidence, I will do my actually work near to the deadline, and until that the whole energy has been drained, time has been actually gone away or passed away. Now I don't have much, so now what should I do here? अपने आप बारे फ्रस्ट्रेशन आ रही है, ਉਸ ਨੂੰ ਰਿਸਪੌਂਸਿਬਿਲਟੀ ਲੈਣੀ ਤੇ ਮੈਚੁਰਿਟੀ ਦਾ ਕੰਮ ਉਹ ਤੇ ਜੇ ਆਈ ਨਹੀਂ ਗਈ। ਕਿਸੇ ਲੈਵਲ ਤੇ ਉਹ ਚ ਲਰਨ ਕਰਕੇ ਰਿਮੋਰਸਫੁਲ ਹੋ ਕੇ ਅੱਗੇ ਵਧਣਾ ਉਹ ਵੀ ਨਹੀਂ ਆਇਆ, ਕਿਉਂਕਿ ਇਟਸ ਲਾਈਫ ਲਰਨਿੰਗ ਸਕਿੱਲਸ। ਉਹ ਤਾਂ ਕਿਤੇ ਜਾ ਕੇ ਆਉਣਗੀਆਂ ਵੀ ਕਿ ਨਹੀਂ ਆਉਣਗੀਆਂ, ਪਰ ਹੁਣ ਜਿਹੜਾ ਸਾਰੇ ਦੇ ਵਿੱਚ, ਇਸ ਲਈ ਉਹ ਸਭ ਦੇ ਵਿੱਚ ਇੱਕ ਪਹਿਲੇ ਲੈਵਲ ਤੇ ਲਿਆਂਦਾ ਜਾਏ ਆਪਣੇ ਆਪ ਨੂੰ। ਇਹ ਜਿਹੜੀ ਭਟਕਣਾ ਆ ਇਹਨੂੰ ਅਟੈਂਡ ਕੀਤਾ ਜਾਏ, ਅਵੋਇਡ ਨਾ ਕੀਤਾ ਜਾਏ, ਇਹਦੇ ਬਾਰੇ ਗੱਲ ਕੀਤੀ ਜਾਏ, ਇਹਦੇ ਬਾਰੇ ਆਪਣੇ ਆਪ ਨਾਲ ਕਮਿਊਨੀਕੇਟ ਕੀਤਾ ਜਾਏ। ਇਹ ਗੁਰੂ ਬਾਬਾ ਜੀ ਕਹਿੰਦੇ। And you can easily read so many messages in Guru Granth Sahib Maharaj. As Guru Amardas Sahib is saying, "E man chanchla, चतुराई किने ना पाया।" ओ मेरे चंचल मन, ओ मेरे भटकन वाले मन, ओ my wandering mind, you have only one tool to deal each and every issue in this world, and that is cleverness. Cleverness, it might work in some areas, but not in actually each and every area. No. You might be clever and you can buy a little more time for your assignments, but end of the day, your cleverness is not going to finish your assignments. Your hard work is going to finish it. Your dedication is going to finish it. Your academic ability, your intellect, your intelligence level going to help you to finish those courses. Are you paying attention toward that side? ਇੱਕ ਟੂਲ ਲੈ ਕੇ ਤੇ ਕੰਮ ਨਹੀਂ ਨਾ ਚੱਲਣਾ ਵਾ ਨਾ। ਸੋ ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ, ਇਟਸ ਏ ਕਾਈਂਡ ਆਫ ਸੈਲਫ ਟਾਕ, ਸੈਲਫ ਕਮਿਊਨੀਕੇਸ਼ਨ। ਬਾਬਾ ਜੀ ਕਹਿ ਰਹੇ ਨੇ ਇਹਨੂੰ ਸਮਝ ਤੂੰ। ਬਚਨ ਆਇਆ ਮਨ ਦਹਿਨ ਦਿਸ ਚਲ ਚਲ ਪਰਮਿਆ, ਮਨ ਮੁਖ ਪਰਮ ਭੁਲਾਇਆ, ਨਿਤ ਆਸਾ ਮਨ ਚਿਤਵੈ, ਮਨ ਤ੍ਰਿਸ਼ਨਾ ਭੁੱਖ ਲਗਾਇਆ। ਨਿਤ ਆਸਾ ਮਨ ਚਿਤਵੈ, ਮਨ ਚਿਤਵਦਾ ਆਸਾਵਾਂ ਆ, desires, unlimited desires. I want to be engineer, I want to be doctor, I want to be a rich person, I want to be actually good family guy, I want to be sports person, I want to be very successful man, I want to be very happy person. There's unlimited desires. At the same time, because I'm able to see things are not happening as I have planned or I have dreamed. And there are few folks who are actually already passing by in front of me, and they are going ahead. They are doing a lot better compared to me. And in that way, I'm getting one more thing, irkha. And next step, because I have so much desires, people are doing really good, and now I'm not able to actually keep my pace on that level. I have trishna, yearning. ਇੱਕ ਅਜੀਬ ਤਰ੍ਹਾਂ ਦੀ ਹਾਲਤ ਬਣ ਗਈ ਅੰਦਰ। ਹੁਣ ਇਸ ਨੂੰ ਕਿਵੇਂ, ਇਸ ਕਰਕੇ ਬਾਬਾ ਜੀ ਕਹਿੰਦੇ ਨਿਤ ਆਸਾ ਮਨ ਚਿਤਵੈ, ਮਨ ਤ੍ਰਿਸ਼ਨਾ ਭੁੱਖ ਲਗਾਇਆ। ਹੁਣ ਇੰਨੀ ਭੁੱਖ ਆ, ਗੈਂਬਲਿੰਗ ਐਵੇਂ ਨਹੀਂ ਆਉਂਦੀ, ਗੈਂਬਲਿੰਗ ਬਾਜੀ ਹੈ ਇੱਕ। ਬੰਦੇ ਨੂੰ ਲੱਗਦਾ ਹੈ ਪੇ ਚੈੱਕ ਇਜ਼ ਨਾਟ ਐਨਫ ਫॉर ਮੀ। ਨੋ ਐਕਚੁਅਲੀ the whatever money I'm earning, producing, that's not enough. I need big chunk, big amount of money which can fulfill my desires. So what to do? Let's play game. Let's actually invest some money in gambling side. Lottery buy ਕਰਦੇ ਹਾਂ। ਮਤਲਬ ਐਸੀ ਇਸ ਕਿਸਮ ਦੀ ਹਾਲਤ ਤੁਸੀਂ ਦੇਖੋ। ਇਹ ਜ਼ਿਕਰ ਆਇਆ, ਬਾਬਾ ਜੀ ਬਿਆਨ ਕਰਦੇ ਕਿ ਹੁਣ ਕੀ ਹੈ, ਤ੍ਰਿਸ਼ਨਾ ਭੁੱਖ ਲਗਾਇਆ, ਅੰਨਤਾ ਤਨ ਤਰ ਦੱਬਿਆ, ਫਿਰ ਬਿਖ ਪਾਲਣ ਗਿਆ। ਤੇ ਮਨ ਨੂੰ ਇਹ ਵੀ ਨਹੀਂ ਅਹਿਸਾਸ ਕਿ
most of us are very resourceful. We have enough resources, we have enough ability, we have enough amount which can provide us happy, healthy, successful life. ਸਿਰਫ ਸਾਨੂੰ ਆਪਣਾ ਉਦਮ ਕਰਨ ਦੀ ਲੋੜ ਹੈ, ਐਫਰਟ ਪਾਉਣ ਦੀ ਲੋੜ ਹੈ। ਪਰ ਬੰਦਾ ਅਨੰਤ ਬਹੁਤ ਸਾਰਾ ਧਨ ਇਕੱਠਾ ਵੀ ਕਰ ਲੇ ਤੇ ਉਸ ਨੂੰ ਧਰਤੀ 'ਚ ਦਬਾ ਲੇ। ਪੁਰਾਣੇ ਸਮੇਂ ਹੁੰਦਾ ਸੀ, ਅੱਜ ਕੱਲ੍ਹ ਬੈਂਕਸ ਵਿੱਚ ਹੈ, ਅੱਜ ਕੱਲ੍ਹ ਅਸੀਂ ਪ੍ਰੋਪਰਟੀ ਬਾਏ ਕਰ ਲੈਂਦੇ ਹਾਂ, ਸਟਾਕ, ਹੋਰ ਚੀਜ਼ਾਂ ਇਸ ਤਰੀਕੇ ਦੇ ਨਾਲ। ਅਤੇ ਲੋਕਾਂ ਦੇ ਕੋਲ ਜਿਵੇਂ ਨਾਰਥ ਅਮਰੀਕਾ ਦੇ ਵਿੱਚ ਅਸੀਂ ਦੇਖੀਏ ਤੇ ਜਿਹੜੀ ਲੋਅਰ ਮਿਡਲ ਜਾਂ ਮਿਡਲ ਕਲਾਸ ਹੈ ਉਹਦੇ ਕੋਲ ਹੈ ਕਾਫੀ ਕੁਛ ਇਸ ਤਰੀਕੇ ਨਾਲ ਹੈ। ਪਰ ਸੱਚਾਈ ਇਹ ਹੈ, ਜ਼ਿੰਦਗੀ ਜੀਣ ਦੀ ਬਜਾਏ, ਮਾਣਨ ਦੀ ਬਜਾਏ, ਇੰਜੋਏ ਕਰਨ ਦੀ ਬਜਾਏ ਅੰਨਤਾ ਧਨ ਧਰ ਦੱਬਿਆ, ਫਿਰ ਬਿਖ ਭਾਲਣ ਜਾਏ। ਧਨ ਬਿਖ ਨਹੀਂ ਗਾ। ਦ ਮਨੀ ਯੂ ਕੈਨ ਸੇ ਜਿਹੜੇ ਫਾਈਨੈਂਸ਼ੀਅਲ ਸੋਰਸਿਸ ਹੁੰਦੇ ਨੇ, they are not poison, they are nectar, because they provide us happiness. They can buy so much stuff, so much comfort to us. But what is the wrong when Baba ji saying is ਬਿਖ ਭਾਲਣ ਜਾ ਰਿਹਾ ਬੰਦਾ? ਕਿਉਂਕਿ ਜੋ ਕੋਲ ਆ ਉਹਨੂੰ ਤੇ ਜੇ ਇੰਜੋਏ ਨਹੀਂ ਕਰ ਪਾਇਆ ਬੰਦਾ, ਤੇ ਬੰਦਾ ਸੋਚ ਰਿਹਾ ਹੋਰ ਲੱਭ ਲਿਆਵਾਂ, ਹੋਰ ਧਨ, ਜਿਹੜੀ ਮੇਰੀ ਤਨਖਾਹ ਆ ਉਨੀ ਨੇ ਮੈਨੂੰ ਤੇ ਖੁਸ਼ੀ ਨਹੀਂ ਦੇਣੀ, ਮੈਨੂੰ ਡਬਲ ਹੋ ਜਾਏ ਫਿਰ ਉਸ ਖੁਸ਼ੀ ਦੇਗੀ। ਹਾਲਾਂਕਿ ਉਹਦੇ ਨਾਲ ਫਰਕ ਕੀ ਪੈ ਜਾਏਗਾ? ਕਾਰ ਚਾਹੀਦੀ ਹੈ, ਸਿਰਫ ਇਹ ਹੈ ਥੋੜ੍ਹੀ ਹੋਰ ਮਹਿੰਗੀ ਹੋ ਜਾਏ। ਘਰ ਚਾਹੀਦਾ, ਘਰ ਹੋਰ ਵੱਡਾ ਹੋ ਜਾਏਗਾ। ਕੱਪੜੇ ਚਾਹੀਦੇ ਨੇ, ਥੋੜ੍ਹੇ ਹੋਰ ਮਹਿੰਗੇ ਕੱਪੜੇ ਬਾਏ ਕਰ ਲਵਾਂਗਾ, ਸ਼ੋ ਆਫ ਕਰ ਲਵਾਂਗਾ ਥੋੜ੍ਹਾ। ਬਟ ਇਹ ਸਾਰਾ ਕੁਝ ਖੁਸ਼ੀ ਲੈ ਕੇ ਆਵੇਗਾ, ਬਲਕਿ ਇਸ ਸਾਰੇ ਨੂੰ ਹੋਰ ਜਨਰੇਟ ਕਰਨ ਵਾਸਤੇ ਜਿਹੜੀ ਜ਼ਿੰਦਗੀ ਹੈ ਇਹਨੂੰ ਜ਼ਹਿਰ ਬਣਾ ਦਿਆਂਗਾ। ਬਾਬਾ ਜੀ ਨੂੰ ਦੀ ਬਾਤ ਕੀਤੀ ਇਹਦੇ ਵਿੱਚ, ਜਨ ਨਾਨਕ ਨਾਮ ਸਲਾਹ ਤੂੰ ਬਿਨ ਨਾਮ ਹੈ ਪਚ ਪਚ ਮੋਇਆ। ਹੇ ਨਾਨਕ ਤੂੰ ਨਾਮ ਦੀ ਸਲਾਹ ਵਿੱਚ ਜਾ। The whole actually thoughts and kind of ideas we were discussing over here, this is the reflection of naam, because ਇਹਦੇ ਨਾਲ ਅਸੀਂ ਸਹੀ ਰੂਪ ਵਿੱਚ ਇਸ਼ੂਜ਼ ਨੂੰ ਦੇਖ ਪਾ ਰਹੇ ਹਾਂ, ਸਹੀ ਰੂਪ ਵਿੱਚ ਇਹ ਵਿਜ਼ਨ ਦਿੰਦਾ ਸਾਨੂੰ, ਜਿਹਦੀ ਬਾਤ ਸ਼ੁਰੂਆਤ ਵਿੱਚ ਕੀਤੀ ਸੀ ਕਿ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ। ਬਿਕੋਜ਼ ਨਾਓ ਆਈ ਐਮ ਵਾਚਿੰਗ who am I and what are my real issues. Baba Ji saying, Jan Nanak Naam Salah tu bin naam hai pach pach muha. People who are not able to pay attention toward this side, pach pach muha. They are totally get involved or lost in the misery. ਦਲਦਲ ਜਿਵੇਂ ਹੁੰਦੀ, ਸਵੈਂਪ ਨਹੀਂ ਹੁੰਦਾ, ਪਚਣਾ ਹੁੰਦਾ, ਸਵੈਂਪ ਦੇ ਵਿੱਚ ਪੈਰਾਂ ਦਾ ਫਸ ਜਾਣਾ। ਸੋ ਇਹਦੀ ਉਹਦੀ ਗੱਲ ਹੋ ਰਹੀ ਹੈ ਇਹਦੇ ਵਿੱਚ। ਇੱਕ ਪਤਾ ਹੋ ਰਿਹਾ ਜਿਹਦੀ ਵਿਆਖਿਆ ਹੁੰਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਇੱਥੇ ਸਮਾਂ ਸਮਾਪਤ ਹੈ, ਮੈਂ ਸਮਾਪਤੀ ਕਰਦਾ। ਇੱਕ ਵਾਰ ਫਿਰ ਉਹਨਾਂ ਕਿਰਸਾਨ ਮਾਈ ਭਾਈ ਦੀ ਸਫਲਤਾ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ